पंजाब की सब तो वड्डी यूनिवर्सिटी गुरु नानक देव यूनिवर्सिटी इस वेले विवादा है, जिथे कि ਜਿਹੜੇ ਉੱਥੋਂ ਦੇ टीचर्स ने वो अपने VC के खिलाफ ने। तो VC वालों भी इस मामले तर्क दिता गया सी, लेकिन अज ਜਿਹੜੇ टीचर यूनियन के ਜਿਹੜੇ अधिकारी ने उन्होंने वालों प्रैस कॉन्फ्रेंस की गई है। तो वड्डे इल्जाम अमृतसर के गुरु नानक देव यूनिवर्सिटी के वाइस चांसलर होना ते लगाए गए हैं। तो इस टीचर्स लॉबी के नाल असीं गलबात करांगे। सर, उन्होंने कहा कि जी तुसीं विजिलेंस की मेरी जाँच जिहड़ी मर्जी एजेंसी करा लो, मैं बिल्कुल सच्चा। ਇਹ ਤਾਂ ਜਦੋਂ ਵਿਜੀਲੈਂਸ ਦੀ ਜਾਂਚ ਕੰਪਲੀਟ ਹੋਏਗੀ ਉਦੋਂ ਪਤਾ ਲੱਗੇਗਾ ਕੌਣ ਸੱਚਾ ਕੌਣ ਝੂਠਾ ਹੈ, ਕਿਉਂਕਿ ਇਹ ਅਗਸਤ 2021 ਤੋਂ ਲਗਾਤਾਰ ਪਿਛਲੀ ਸਰਕਾਰ ਨੂੰ ਵੀ ਅਸੀਂ ਜਿਹੜੀਆਂ ਨੇ ਰਿਪਰੈਜ਼ੈਂਟੇਸ਼ਨਸ ਦਿੱਤੀਆਂ ਸੀ। ਉਸ ਵੇਲੇ ਦੀ ਸਰਕਾਰ ਨੇ ਉਹਦੇ ਤੇ ਕਾਰਵਾਈ ਨਹੀਂ ਕੀਤੀ। ਹੁਣ ਜਦੋਂ ਨਵੀਂ ਸਰਕਾਰ ਬਣੀ 3 ਮਹੀਨੇ ਵੇਟ ਕਰਨ ਤੋਂ ਬਾਅਦ ਉਹੀ ਰਿਪਰੈਜ਼ੈਂਟੇਸ਼ਨ ਅਸੀਂ ਦੁਬਾਰਾ ਭੇਜੀਆਂ। ਸਰਕਾਰ ਨੇ ਉਹਨਾਂ ਇਸ਼ੂਸ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਵਿਜੀਲੈਂਸ ਦੀ ਜਾਂਚ ਮਾਰ ਕੀਤੀ ਹੈ ਤੇ ਵਿਜੀਲੈਂਸ ਨੇ ਉਹਦੇ ਵਿੱਚ ਕੋਈ ਸਬਸਟੈਂਸ ਦੇਖਿਆ ਹੋਏਗਾ ਤੇ ਇਨਕੁਆਇਰੀ ਸ਼ੁਰੂ ਕੀਤੀ ਹੈ। ਉਹ ਕੀ ਚੀਜ਼ਾਂ ਨੇ ਜਿਹਦੇ 'ਚ ਤੁਸੀਂ ਮੰਗ ਕਰ ਰਹੇ ਹੋ ਕਿ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ, ਤੁਹਾਡੀ ਜਾਂਚ ਦਾ ਵਿਸ਼ਾ ਹੈ? ਇਹ 8 ਡਿਫਰੈਂਟ ਇਸ਼ੂਸ ਨੇ। ਉਹਦੇ ਵਿੱਚ ਸਭ ਤੋਂ ਪਹਿਲਾਂ ਤੇ ਡਾਕਟਰ ਜਸਪਾਲ ਸਿੰਘ ਸੰਧੂ ਦੀ ਆਪਣੀ ਐਲੀਜੀਬਿਲਟੀ ਹੈ। ਦੂਸਰਾ ਜਿਹੜਾ ਮਸਲਾ ਹੈ ਉਹ ਡਾਕਟਰ ਕਰਨਜੀਤ ਸਿੰਘ ਕਾਹਲੋਂ ਪਿਛਲੇ 5.5 ਸਾਲ ਤੋਂ ਜਿਹੜਾ ਹੈ ਉਹ ਟਿਲ ਫਰਦਰ ਆਰਡਰ ਜਿਹੜੇ ਉਹ ਐਜ਼ ਏ ਰਜਿਸਟਰ ਅਫੀਸ਼ੀਏਟ ਕਰ ਰਹੇ ਨੇ। ਜਿਹੜੇ ਪ੍ਰੈਜ਼ੈਂਟ ਡੀਨ ਐਕੈਡੈਮਿਕ ਅਫੇਅਰ ਨੇ ਉਹਨਾਂ ਦੀ ਆਪਣੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਫੁੱਲਫਿਲ ਨਹੀਂ ਕਰਦੇ। ਇਸ ਤੋਂ ਇਲਾਵਾ ਐਜ਼ਿਓਰ ਪਾਵਰ ਕਾਰਪੋਰੇਸ਼ਨ ਦੇ ਨਾਲ 2017 ਦੇ ਵਿੱਚ ਸੋਲਰ ਸਿਸਟਮ ਲਾਉਣ ਲਈ ਯੂਨੀਵਰਸਿਟੀ ਦੀਆਂ ਬਿਲਡਿੰਗਸ ਦੇ ਉੱਪਰ ਜਿਹੜਾ ਹੈ ਉਹ 25 ਸਾਲ ਦਾ ਸਮਝੌਤਾ ਕੀਤਾ ਗਿਆ ਸੀ। ਸਾਨੂੰ ਲਗਾਤਾਰ 4 ਸਾਲ ਹੋ ਗਏ ਨੇ ਰਿਕੁਐਸਟ ਕਰਦਿਆਂ ਨੂੰ ਕਿ ਸਾਨੂੰ ਉਸ ਦੀ ਕਾਪੀ ਦੇ ਦਿੱਤੀ ਜਾਵੇ। ਉਹ ਕਾਪੀ ਨਹੀਂ ਦਿੱਤੀ ਗਈ। ਇਸ ਕਰਕੇ ਸਿਮਿਲਰਲੀ ਜਿਹੜਾ ਸਾਡੀ ਯੂਨੀਵਰਸਿਟੀ ਦੀ ਜਿਹੜੀ ਬਾਡੀ ਹੈ, ਜਿਹੜੀ ਸਿੰਡੀਕੇਟ ਹੈ, ਉਹ ਸਾਡੀ ਸੁਪਰੀਮ ਬਾਡੀ ਹੈ। ਯੂਨੀਵਰਸਿਟੀ ਦੀ ਸਿੰਡੀਕੇਟ ਦੇ ਵਿੱਚ ਆਪਣੇ ਚਹੇਤਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਜਿਹੜਾ ਹੈਗਾ ਉਹ ਲਾ ਕੇ ਆਪਣੀ ਮੈਂਬਰ ਬਣਾ ਕੇ ਆਪਣੀ ਮਨਮਰਜ਼ੀ ਦੇ ਡਿਸੀਜਨ ਕੀਤੇ ਜਾਂਦੇ ਨੇ। 2018 ਤੋਂ ਔਨਵਰਡ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਿਹੜੀਆਂ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਦੀਆਂ ਪ੍ਰੋਸੀਡਿੰਗ ਨੇ ਉਹਨਾਂ ਨੂੰ ਅਪਲੋਡ ਕਰਨਾ ਬੰਦ ਕਰ ਦਿੱਤਾ ਹੋਇਆ। 2020 ਤੋਂ ਜਿਹੜੀ ਹਾਰਡ ਕਾਪੀ ਜਿਹੜੀ ਹੈ ਉਹ ਪ੍ਰਿੰਟ ਤੇ ਪਬਲਿਸ਼ ਕਰਦੇ ਸੀ ਉਹ ਵੀ ਬੰਦ ਕਰ ਦਿੱਤੀ ਹੈ। ਸਿਰਫ ਆਪਣੇ ਕੋਲ ਹੀ ਉਹਨਾਂ ਦੇ ਸਾਰਾ ਕੁਝ ਹੈ ਤਾਂ ਕਿ ਇਹ ਜਿਹੜੀ ਜੋ ਡਿਸੀਜਨ ਹੋ ਰਹੇ ਨੇ ਉਹ ਜਿਹੜੇ ਸਟੇਕ ਹੋਲਡਰ ਨੇ ਉਹਨਾਂ ਤੱਕ ਨਾ ਪਹੁੰਚ ਸਕਣ। ਮੰਨਦੇ ਹੋ ਕਿ ਜਿਸੇ ਪਿਛਲੀ ਸਰਕਾਰਾਂ ਨੇ ਇਨਸਾਫ ਦੇ ਪਾਈਆਂ, ਇਹ ਸਰਕਾਰ ਇਨਸਾਫ ਦੇ ਪਾਏਗੀ? ਜੇ ਉਮੀਦ ਛੱਡ ਦਈਏ ਤੇ ਫਿਰ ਕੁਝ ਵੀ ਨਹੀਂ ਹੋ ਸਕਦਾ। ਸਾਨੂੰ ਉਮੀਦ ਹੈ, ਇਸ ਉਮੀਦ ਨਾਲ ਇਸ ਸਰਕਾਰ ਨੂੰ ਜਿਹੜੀ ਹੈ ਉਹ ਅਸੀਂ ਰਿਪਰੈਜ਼ੈਂਟੇਸ਼ਨ ਦਿੱਤੀਆਂ ਸੀ। ਹੁਣ ਤੱਕ ਤਾਂ ਸਾਨੂੰ ਇਹ ਸਰਕਾਰ ਸਾਡੀਆਂ ਉਮੀਦਾਂ ਦੇ ਪੂਰਾ ਉੱਤਰ ਦੀ ਨਜ਼ਰ ਆ ਰਹੀ ਹੈ, ਕਿਉਂਕਿ ਸਰਕਾਰ ਨੇ ਜਿਹੜੇ ਮੁੱਦੇ ਅਸੀਂ ਉਠਾਏ ਸੀ ਉਹਨਾਂ ਨੂੰ ਗੰਭੀਰਤਾ ਨਾਲ ਲਿਆ। ਵਿਜੀਲੈਂਸ ਵਿਭਾਗ ਨੂੰ ਜਿਹੜੀ ਹੈ ਉਹ ਇਨਕੁਆਇਰੀ ਮਾਰਕ ਕੀਤੀ। ਅਸੀਂ ਫਸਟ ਜਿਹੜਾ ਹੈਗਾ ਅਗਸਤ ਨੂੰ ਸਾਨੂੰ ਬੁਲਾਇਆ ਗਿਆ ਸੀ। ਅਸੀਂ ਆਪਣੀ ਸਟੇਟਮੈਂਟ ਜਿਹੜੀ ਉਹ ਰਿਕਾਰਡ ਕਰਵਾ ਕੇ ਆਏ ਹਾਂ। ਸੋ ਇਸ ਕਰਕੇ ਸਾਨੂੰ ਲੱਗਦਾ ਕਿ ਇਨਸਾਫ ਹੋਏਗਾ। ਇਹ ਵੀ ਆਰੋਪ ਨੇ ਜਿਹੜੇ ਤੁਸੀਂ ਮੇਨ ਆਰੋਪ ਜਿਹੜੇ ਕਿਉਂਕਿ ਜਦੋਂ ਤੁਸੀਂ CM ਨੂੰ ਲੈਟਰ ਦਿੱਤੀ ਸੀ, ਸਭ ਤੋਂ ਪਹਿਲੇ ਤੇ VC ਸਾਹਿਬ ਕਹਿ ਰਹੇ ਨੇ ਕਿ ਮੇਰੀ ਜਿਹੜੀ ਪ੍ਰਮਾਣਿਕਤਾ ਹੈ ਉਹ ਪ੍ਰਮਾਣਿਕਤਾ ਕੋਰਟ ਤੋਂ ਮੈਂ ਕੇਸ ਜਿੱਤਾ ਆ, ਉਸ ਤੋਂ ਉੱਤੇ ਕੀ ਹੈ ਸਾਨੂੰ ਨਹੀਂ ਪਤਾ। ਉਹ ਕਿਹੜੇ ਕੇਸ ਦੀ ਗੱਲ ਕਰ ਰਹੇ ਨੇ? ਉਹ ਜਿਹੜੇ ਕੋਰਟ ਕੇਸ ਦੀ ਗੱਲ ਕਰ ਰਹੇ ਨੇ ਜਾਂ ਤਾਂ ਉਹਦਾ ਪ੍ਰੂਫ ਦੇ ਦੇਣ। ਜੋ ਸਾਡੇ ਕੋਲ ਯੂਨੀਵਰਸਿਟੀ ਦੀਆਂ ਸੈਨੇਟ ਤੇ ਸਿੰਡੀਕੇਟ ਦੀਆਂ ਪ੍ਰੋਸੀਡਿੰਗਸ ਨੇ ਉਹਦੇ ਵਿੱਚ ਜੋ ਰਿਕਾਰਡ ਹੈ ਉਹਦੇ ਅਕੋਰਡਿੰਗਲੀ ਉਹ ਐਲੀਜੀਬਲ ਨਹੀਂ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਐਜ਼ ਏ ਟੀਚਰ ਕੰਮ ਕਰਨਾ। ਜੀ ਮੈਂ ਡਾਕਟਰ ਹਾਂ ਤੇ ਡਾਕਟਰ ਜਿਹੜਾ ਮੈਂ ਫਿਜ਼ੀਓਥੈਰੇਪੀ ਦਾ ਹਾਂ ਤੇ ਜ਼ਰੂਰੀ ਨਹੀਂ ਹੈ ਕਿ PhD ਹੋਲਡਰ ਲੱਗੇ, ਕੋਈ ਵੀ ਲੱਗ ਸਕਦਾ। ਜਿਹੜੀਆਂ ਯੂਨੀਵਰਸਿਟੀਆਂ UGC ਗਵਰਨ ਕਰਦੀ ਹੈ ਉਹਦੇ 'ਚ UGC ਦੇ ਰੂਲ ਲੱਗਣਗੇ। ਜਿਹੜੀਆਂ ਇੰਸਟੀਚਿਊਟ ਮੈਡੀਕਲ ਕਾਉਂਸਲ ਆਫ ਇੰਡੀਆ ਗਵਰਨ ਕਰਦੀ ਹੈ ਉਹਦੇ 'ਚ ਮੈਡੀਕਲ ਕਾਉਂਸਲ ਆਫ ਇੰਡੀਆ ਦੇ ਰੂਲ ਲੱਗਣਗੇ। ਸਾਡੀ ਯੂਨੀਵਰਸਿਟੀ ਦੇ ਵਿੱਚ ਫਾਰਮੇਸੀ ਡਿਪਾਰਟਮੈਂਟ ਹੈ, ਉੱਥੇ ਫਾਰਮੇਸੀ ਕਾਉਂਸਲ ਆਫ ਇੰਡੀਆ ਦੀ ਅਪਰੂਵਲ ਲਈ ਜਾਂਦੀ ਹੈ। ਸਾਡੀ ਯੂਨੀਵਰਸਿਟੀ ਦੇ ਵਿੱਚ ਲਾਅ ਡਿਪਾਰਟਮੈਂਟ ਹੈ, ਉੱਥੇ ਬਾਰ ਕਾਉਂਸਲ ਆਫ ਇੰਡੀਆ ਦੀ ਪਰਮਿਸ਼ਨ ਲਈ ਜਾਂਦੀ ਹੈ। ਤੇ ਜੇ ਵਾਈਸ ਚਾਂਸਲਰ ਸਾਹਿਬ ਨੇ ਪਹਿਲਾਂ ਸਪੋਰਟਸ ਮੈਡੀਸਨ ਤੇ ਫਿਜ਼ੀਓਥੈਰੇਪੀ ਡਿਪਾਰਟਮੈਂਟ ਸ਼ੁਰੂ ਕੀਤਾ ਸੀ, ਹੁਣ ਪੁੱਛਣਾ ਬਣਦਾ ਵਾਈਸ ਚਾਂਸਲਰ ਸਾਹਿਬ ਕੋਲੋਂ ਕਿ ਸਪੋਰਟਸ ਮੈਡੀਸਨ ਦਾ ਕਿਹੜਾ ਕੋਰਸ ਹੈ ਜਿਹੜਾ ਚੱਲ ਰਿਹਾ, ਤੇ ਜੇ ਕੋਰਸ ਚੱਲ ਰਿਹਾ ਕੀ ਮੈਡੀਕਲ ਕਾਉਂਸਲ ਆਫ ਇੰਡੀਆ ਤੋਂ ਅਪਰੂਵਲ ਲਈ ਹੋਈ ਉਹਨਾਂ ਨੇ? ਤੇ ਜੇ ਨਹੀਂ ਲਈ ਹੋਈ ਤੇ ਇਹ ਤਾਂ ਫਿਰ ਸਾਡੇ ਲੋਕਾਂ ਨਾਲ ਬਹੁਤ ਵੱਡਾ ਧੱਕਾ ਹੈ। ਤੁਸੀਂ ਖੁਦ ਜਿਹੜੇ ਨਾ ਅਹੁਦੇ ਤੇ ਬਹਿਣਾ ਚਾਹੁੰਦੇ ਹੋ, ਇਸ ਕਰਕੇ ਤੁਸੀਂ ਹਰ ਵਾਰ ਜਿਹੜਾ ਇਸ ਤਰ੍ਹਾਂ ਕੰਮ ਕਰਦੇ? ਮੈਂ ਅੱਗੇ ਵੀ ਗੱਲ ਕੀਤੀ ਸੀ, ਮੈਂ ਤੁਹਾਨੂੰ ਚਿੱਠੀ ਦਿਖਾ ਸਕਦਾ
ਕਿ 2000 ਆ ਚਿੱਠੀ ਹੈ 6/8/2018 ਦੀ। ਚਿੱਠੀ ਵੀ ਤੁਹਾਨੂੰ ਦਿਖਾ ਰਹੇ ਹਾਂ ਜੀ। ਇਹਨਾਂ ਨੇ ਆਪ ਮੇਰੇ ਆਰਡਰ ਕੀਤੇ ਸੀ ਪ੍ਰੋਫੈਸਰ ਇੰਚਾਰਜ ਫਾਈਨਾਂਸ, ਤੇ ਮੈਂ ਉਸੇ ਦਿਨ ਇਹਨਾਂ ਨੂੰ ਮਨਾ ਕਰਤਾ ਸੀ ਕਿ ਮੈਂ ਤੁਹਾਡੀ ਟੀਮ ਨਾਲ ਕੰਮ ਨਹੀਂ ਕਰ ਸਕਦਾ। ਇੱਕ ਹੋਰ ਉਹਨਾਂ ਦਾ ਰੂਪ ਹੈ ਤੁਹਾਡੇ ਤੇ ਸਰ, ਉਹ ਕਹਿ ਰਹੇ ਕਿ ਤੁਸੀਂ ਤੁਹਾਡੇ ਦੇ ਪੇਪਰ ਨਹੀਂ ਕਲੀਅਰ ਹੈ ਤੇ ਤੁਸੀਂ ਖੁਦ ਰਜਿਸਟਰਾਰ ਵਾਸਤੇ ਸਭ ਤੋਂ ਅੱਗੇ ਆ ਰਹੇ ਹੋ, ਇਸ ਕਰਕੇ ਤੁਸੀਂ ਇਸ ਤਰ੍ਹਾਂ ਦੇ ਸਵਾਲ ਕਰ। ਪਹਿਲੀ ਗੱਲ ਤੇ ਆ ਕਿ ਜਦੋਂ ਵੀ ਕੋਈ ਓਪਨ ਪੋਸਟ ਐਡਵਰਟਾਈਜ਼ ਹੁੰਦੀ ਹੈ, ਹਰ ਬੰਦੇ ਨੂੰ ਹੱਕ ਹੈ ਉੱਤੇ ਅਪਲਾਈ ਕਰਨ ਦਾ। ਤੇ ਜੇ ਯੂਨੀਵਰਸਿਟੀ ਪੋਸਟ ਐਡਵਰਟਾਈਜ਼ ਕਰਦੀ ਆ ਤੇ ਮੈਂ ਉਹਦੇ ਤੇ ਅਪਲਾਈ ਕਰ ਦਿੱਤਾ ਹੈ ਨਾ, ਤੇ ਉਹਦੇ 'ਚ ਮੈਂ ਕੋਈ ਗਲਤ ਕੰਮ ਕੀਤਾ? ਤੁਹਾਡੇ ਪੇਪਰ ਨਹੀਂ ਕਲੀਅਰ ਹੈਗੇ, 5 ਪੇਪਰ ਹੁੰਦੇ ਆ ਤੁਹਾਡੇ। ਪ੍ਰੋਫੈਸਰ ਦੀ ਗੱਲ ਕਰਦੇ ਆ, ਜੇ ਮੈਂ ਐਲੀਜੀਬਲ ਨਹੀਂ ਹੈਗਾ, ਵਾਈਸ ਚਾਂਸਲਰ ਨੇ ਮੇਰੀ ਇੰਟਰਵਿਊ ਕੀਤੀ, ਇੰਟਰਵਿਊ ਲੈਟਰ ਮੇਰੇ ਕੋਲ ਹੈਗੀ ਆ, ਮੇਰੀ ਸਿਲੈਕਸ਼ਨ ਕੀਤੀ, ਸਿਲੈਕਸ਼ਨ ਕਮੇਟੀ ਦੀਆਂ ਪ੍ਰੋਸੀਡਿੰਗ ਮੇਰੇ ਕੋਲ ਹੈਗੀਆਂ ਨੇ, ਸਿੰਡੀਕੇਟ ਨੇ ਪਾਸ ਕੀਤਾ, ਸਿੰਡੀਕੇਟ ਦਾ ਡਿਸੀਜਨ ਮੇਰੇ ਕੋਲ ਹੈਗਾ, ਤੇ ਫਿਰ ਜੇ ਇਹ ਗਲਤ ਕੰਮ ਕੀਤਾ ਤੇ ਫਿਰ ਇਹ ਗਲਤ ਕੰਮ ਲਈ ਤਾਂ ਰਿਸਪੌਂਸੀਬਲ ਵਾਈਸ ਚਾਂਸਲਰ ਹੈ। ਸਰ ਇੱਕ ਹੋਰ ਸਵਾਲ ਹੈ, ਹੁਣ ਵਿਜੀਲੈਂਸ ਦੀ ਇਨਕੁਆਇਰੀ ਤੁਸੀਂ ਮੰਗ ਕੀਤੀ ਹੈ, ਜਿਹੜੇ ਵੀਸੀ ਨੇ ਉਹ ਵੀ ਕਹਿ ਰਹੇ, ਕਹਿੰਦੇ ਮੈਂ ਭੁਗਤਣ ਨੂੰ ਤਿਆਰ ਹਾਂ, ਮੇਰੇ ਕੋਲ ਵਿਜੀਲੈਂਸ ਜੋ ਮਰਜ਼ੀ ਪੁੱਛੋ, ਮੈਂ ਰਿਕਾਰਡ ਦੇਣ ਨੂੰ ਤਿਆਰ ਹਾਂ। ਜੀ ਰਿਕਾਰਡ ਤਾਂ ਦੇਖੋ ਜੀ, ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਜੇ ਸਰਕਾਰ ਰਿਕਾਰਡ ਮੰਗੇਗੀ, ਜੇ ਵਿਜੀਲੈਂਸ ਵਿਭਾਗ ਰਿਕਾਰਡ ਮੰਗੇਗਾ ਤੇ ਉਹਨਾਂ ਨੂੰ ਦੇਣਾ ਬਣਦਾ ਹੈ। ਪਰ ਬਿਲਕੁਲ ਸੱਚਾ ਹਾਂ, ਔਰ ਮੈਂ ਵਿਜੀਲੈਂਸ ਦੀ ਇਨਕੁਆਇਰੀ 'ਚ ਵੀ ਸੱਚ ਨਿਕਲ। ਕਦੀ ਵੀ ਕੋਈ ਵੀ ਇਹ ਨਹੀਂ ਕਹਿੰਦਾ ਕਿ ਮੈਂ ਝੂਠਾ ਵਾਂ, ਹੈ ਨਾ। ਇਹ ਕੋਈ ਵੀ ਨਹੀਂ ਐਕਸੈਪਟ ਕਰਦਾ। ਇਹ ਤਾਂ ਵਿਜੀਲੈਂਸ ਵਿਭਾਗ ਦੀ ਇਨਕੁਆਇਰੀ ਦੱਸੇਗੀ। ਅਸੀਂ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ 3 ਕੀ ਅਫੀਸ਼ੀਅਲਸ ਨੇ, ਤਿੰਨੇ ਕੀ ਅਫੀਸ਼ੀਅਲਸ ਨੇ ਯੂਨੀਵਰਸਿਟੀ ਦੇ, ਜੇ ਇਸ ਇਨਕੁਆਇਰੀ ਨੂੰ ਫੇਅਰ ਕਰਾਉਣਾ ਹੈ, ਠੀਕ ਹੈ, ਤੇ ਜਾਂ ਤਾਂ ਇਹਨਾਂ ਨੂੰ ਛੁੱਟੀ ਤੇ ਭੇਜਿਆ ਜਾਵੇ, ਜਾਂ ਉਹ ਰਿਕਾਰਡ ਜਿਹੜਾ ਸਰਕਾਰ ਆਪਣੇ ਕਬਜ਼ੇ 'ਚ ਲੈ ਲੇ। ਅਦਰਵਾਈਜ਼ ਇਹ ਜਿਹੜੀ ਹੈ ਇਨਕੁਆਇਰੀ ਫੇਅਰ ਹੋਣ ਦੇ ਚਾਂਸਸ ਘੱਟ ਹੈ। ਉਹ ਇੱਕ ਹੋਰ ਗੱਲ ਕਹਿ ਰਹੇ ਨੇ, ਕਹਿੰਦੇ ਮੇਰਾ ਰਿਕਾਰਡ ਹੀ ਸਾਰਾ ਪਬਲਿਕ ਹੈਗਾ ਯੂਨੀਵਰਸਿਟੀ ਦਾ, ਉਹਦੇ 'ਚ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ। ਨਹੀਂ, ਉਹ ਮੈਂ ਤੁਹਾਨੂੰ ਸਭ ਤੋਂ ਜਿਹੜਾ ਇੰਪੋਰਟੈਂਟ ਡਾਕੂਮੈਂਟ ਆ ਯੂਨੀਵਰਸਿਟੀ ਦਾ, ਉਹ ਹੈ ਸਿੰਡੀਕੇਟ ਤੇ ਸੈਨੇਟ ਦੀਆਂ ਪ੍ਰੋਸੀਡਿੰਗ। ਤੁਸੀਂ ਸਿੰਡੀਕੇਟ 'ਚ ਕੀ ਫੈਸਲਾ ਕੀਤਾ, ਕਿਸੇ ਅਧਿਕਾਰੀ ਨੂੰ, ਕਿਸੇ ਟੀਚਰ ਨੂੰ ਨਹੀਂ ਪਤਾ। ਯੂਨੀਵਰਸਿਟੀ ਜੇ ਟਰਾਂਸਪੇਰੈਂਸੀ ਨਾਲ ਕੰਮ ਕਰਨਾ ਚਾਹੁੰਦੀ ਆ ਤੇ ਯੂਨੀਵਰਸਿਟੀ ਸਿੰਡੀਕੇਟ ਸੈਨੇਟ 'ਚ ਜੋ ਫੈਸਲੇ ਕਰਦੀ ਆ ਉਹਦੀ ਪ੍ਰੋਸੀਡਿੰਗ ਪਬਲਿਕ ਕਰੇ। ਇਸ ਤੋਂ ਪਹਿਲਾਂ ਹੁੰਦੀਆਂ ਸੀ, ਹਰ ਕਾਪੀ ਹਰ ਹੈੱਡ ਡਿਪਾਰਟਮੈਂਟ ਨੂੰ ਜਾਂਦੀ ਸੀ। ਇੱਕ ਸਵਾਲ ਹੈ ਕਿ ਵਿਜੀਲੈਂਸ ਅਗਰ ਜਾਂਚ ਖੁਦ ਕਰਦੀ, ਜੇ ਇਹਨਾਂ ਨੂੰ ਅਹੁਦੇ ਤੋਂ ਨਹੀਂ ਉਠਾਉਂਦੀ, ਤੇ ਤੁਹਾਨੂੰ ਵਿਜੀਲੈਂਸ ਦਾ ਫੈਸਲਾ ਮਨਜ਼ੂਰ ਨਹੀਂ ਹੋਏਗਾ? ਉਹ ਤਾਂ ਜਦੋਂ ਫੈਸਲਾ ਆਏਗਾ ਫਿਰ ਦੇਖਾਂਗੇ। ਲੜਾਈ ਚੱਲਦੀ ਰਹੇਗੀ? ਨਹੀਂ, ਲੜਾਈ ਤਾਂ ਜ਼ਰੂਰੀ ਥੋੜੀ ਹੈ ਲੜਾਈ ਚੱਲੇਗੀ। ਜੇ ਫੈਸਲਾ ਠੀਕ ਆਏਗਾ ਤਾਂ ਫਿਰ ਕਿਉਂ ਲੜਾਈ ਕਰਾਂਗੇ? ਜੇਕਰ ਫੈਸਲਾ ਅਸੀਂ ਦੇਖੋ, ਸਾਡੀ ਕੋਈ ਪਰਸਨਲ ਲੜਾਈ ਨਹੀਂ ਹੈ। ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਦੇ ਰਿਪਰੈਜ਼ੈਂਟੇਟਿਵ ਹਾਂ। ਜੇ ਅੱਜ ਇਹ ਯੂਨੀਵਰਸਿਟੀ ਬਚੀ ਹੋਈ ਹੈ, ਅਸੀਂ ਐਜ਼ ਏ ਵਾਚ ਡੌਗ ਇਫੈਕਟਿਵਲੀ ਕੰਮ ਕੀਤਾ। ਜੇ ਅੱਜ ਇਹ ਯੂਨੀਵਰਸਿਟੀ ਬਚੀ ਹੋਈ ਹੈ ਤਾਂ ਸਾਡੇ ਟੀਚਰਾਂ ਦੀ ਦੇਣ ਹੈ। ਪਰ ਵੀਸੀ ਸਾਹਿਬ, ਮੈਂ ਗੱਲ ਕੀਤੀ ਸੀ ਉਹਨਾਂ ਨਾਲ, ਉਹ ਕਹਿੰਦੇ ਜਦੋਂ ਮੈਂ ਆਇਆ ਸੀ ਤੇ ਕਰੋੜਾਂ ਦਾ ਘਾਟਾ ਸੀ ਤੇ ਹੁਣ ਕਰੋੜਾਂ ਦੇ ਪ੍ਰੋਫਿਟ 'ਚ ਹੈ। ਜੋ ਉਹਨਾਂ ਦਾ ਵਰਚਨ, ਅਸੀਂ ਤੁਹਾਨੂੰ ਸਵਾਲ ਪੁੱਛ ਰਹੇ ਹਾਂ। ਜਾਂ ਤਾਂ ਸਾਨੂੰ ਦੱਸ ਦੇਣ, ਉਹ ਡੇਟ ਦੱਸ ਦੇਣ, ਤੇ ਉਹ ਕਿੰਨੇ ਕਰੋੜਾਂ ਦਾ ਘਾਟਾ ਸੀ ਉਹ ਦੱਸ ਦੇਣ। ਇਹ ਯੂਨੀਵਰਸਿਟੀ ਤੇ ਬੜੇ ਲੰਮੇ ਸਮੇਂ ਤੋਂ ਬਹੁਤ ਫਾਈਨੈਂਸ਼ੀਅਲ ਸਾਊਂਡ ਪੋਜੀਸ਼ਨ 'ਚ ਹੈਗੀ ਹੈ। ਇਹਨੂੰ ਕੋਈ ਅਜੇ ਤੱਕ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਖਤਰਾ ਨਹੀਂ ਹੈਗਾ। ਪੰਜਾਬੀ ਯੂਨੀਵਰਸਿਟੀ 'ਚ ਜਿੰਨੇ ਇੰਪਲਾਈ ਨੇ ਉਹਦੇ ਨਾਲੋਂ ਘੱਟ ਇੰਪਲਾਈ ਹੋਣ ਦੇ ਬਾਵਜੂਦ ਅਸੀਂ ਇੱਕ ਸਟੈਂਡਰਡ ਮੇਨਟੇਨ ਕੀਤੇ ਹੋਏ। ਦੇਖੋ, ਇਹਦੇ ਤੇ ਕੰਟਰੋਵਰਸੀ ਹੋ ਸਕਦੀ ਦੇਖੋ, ਹੈ। ਅਸੀਂ ਸਟੈਂਡਰਡ ਦੀ ਤੇ ਕੋਈ ਸ਼ਿਕਾਇਤ ਹੀ ਨਹੀਂ ਕਰ ਰਹੇ। ਅਸੀਂ ਅਸੀਂ ਇਹ ਥੋੜਾ ਕਹਿ ਰਹੇ ਹਾਂ ਵੀ ਯੂਨੀਵਰਸਿਟੀ ਦਾ ਸਟੈਂਡਰਡ ਨਹੀਂ ਰਿਹਾ ਜਾਂ ਯੂਨੀਵਰਸਿਟੀ ਥੱਲੇ ਡਿੱਗੀ ਹੈ। ਅਸੀਂ ਇਹ ਕਹਿ ਰਹੇ ਹਾਂ ਕਿ ਇਹਦੇ 'ਚ ਘਪਲੇ ਹੋ ਰਹੇ ਨੇ। ਇਹਦੇ 'ਚ ਜਦੋਂ ਘਪਲੇ ਹੁੰਦੇ, ਸਟੈਂਡਰਡ ਤੇ ਆਪਣੇ ਆਪ ਹੀ ਥੱਲੇ ਡਿੱਗ ਪਿਆ ਨਾ। ਜਦੋਂ ਘਪਲਿਆਂ ਦੀ ਆਵਾਜ਼ ਆਣੀ ਸ਼ੁਰੂ ਹੋ ਗਈ, ਸਟੈਂਡਰਡ ਤੇ ਆਪਣੇ ਆਪ ਹੀ ਥੱਲੇ ਡਿੱਗ ਪਿਆ। ਨਹੀਂ, ਉਹਨੂੰ ਰੋਕਣ ਲਈ ਹੈ ਨਾ ਅਸੀਂ ਕੀ ਚੁੱਪ ਕਰ ਜਾਈਏ? ਘਪਲੇ ਹੁੰਦੇ ਹੈ। ਮੈਂ ਤਾਂ ਨਹੀਂ ਤੁਹਾਨੂੰ ਕਹਿ ਰਿਹਾ, ਮੈਂ ਤਾਂ ਤੁਹਾਡੀ ਆਵਾਜ਼ ਨਹੀਂ, ਮੈਂ ਉਹੀ ਤੁਹਾਨੂੰ ਕਹਿ ਰਿਹਾ। ਨਹੀਂ, ਕਿਉਂਕਿ ਮੈਂ ਸਵਾਲ ਵੀ ਨਹੀਂ ਪੁੱਛਾਂਗਾ ਜੀ। ਤੁਸੀਂ ਪੁੱਛੋ ਜੀ ਸਦਕੇ। ਸਵਾਲ ਇਹੀ ਹੈ ਕਿ ਜੇ ਕੋਈ ਪ੍ਰੋਬਲਮ ਹੈਗੀ ਹੈ, ਉਸ ਪ੍ਰੋਬਲਮ ਬਾਰੇ ਅਸੀਂ ਮੁੱਦਾ ਚੁੱਕੀਏ, ਤੇ ਜੇ ਮੁੱਦਾ ਨਹੀਂ ਚੁੱਕਾਂਗੇ ਤਾਂ ਠੀਕ ਕਿਵੇਂ ਹੋਏਗਾ? ਤੇ ਜੇ ਅਸੀਂ ਉਹਦੇ ਤੇ ਬਾਰੇ ਚੁੱਪ ਕਰ ਜਾਾਂਗੇ, ਅੱਖਾਂ ਬੰਦ ਕਰ ਲਵਾਂਗੇ, ਕੰਨ ਬੰਦ ਕਰ ਲਵਾਂਗੇ, ਅੱਜ ਨਹੀਂ 5 ਸਾਲਾਂ ਨੂੰ 10 ਸਾਲਾਂ ਨੂੰ ਨੁਕਸਾਨ ਹੋਏਗਾ। ਸਰ, ਕੋਈ ਯੂਨੀਵਰਸਿਟੀ ਦੇ ਵਿੱਚ ਕਿਉਂ ਨੁਕਸਾਨ ਹੋਇਆ? ਉਹਦੇ ਨੁਕਸਾਨ ਦਾ ਕਾਰਨ ਇਹੀ ਹੈ ਕਿ ਸਟੇਕ ਹੋਲਡਰ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਨਹੀਂ ਹੈ। ਅਸੀਂ ਜ਼ਿੰਮੇਵਾਰੀ ਨਿਭਾ ਰਹੇ ਹਾਂ, ਇਸ ਕਰਕੇ ਅਸੀਂ ਮਾੜੇ ਹਾਂ। ਬਹੁਤ ਲੰਬਾ ਸਮਾਂ ਪੰਜਾਬੀ ਯੂਨੀਵਰਸਿਟੀ ਦੀ ਐਸੋਸੀਏਸ਼ਨ ਨਹੀਂ ਸੀ ਬਣੀ। ਐਸੋਸੀਏਸ਼ਨ ਨਾ ਬਣਨ ਕਰਕੇ ਉਹ ਕਹਿੰਦੇ ਜੀ ਸੜਕ ਬਹੁਤ ਵਧੀਆ ਹੋਣੀ ਚਾਹੀਦੀ ਹੈ, ਉਹਦੇ ਨਾਲ ਸਾਰੇ ਲੋਕਾਂ ਨੂੰ ਫਾਇਦਾ ਹੁੰਦਾ, ਪਰ ਸੜਕ ਦੇ ਵਿੱਚ ਸਪੀਡ ਬ੍ਰੇਕਰ ਵੀ ਚਾਹੀਦੇ ਆ, ਫਿਰ ਐਕਸੀਡੈਂਟ ਰੁਕਦੇ ਆ। ਹੁਣ ਸਵਾਲ ਹੈ ਕਿ ਜਿਹੜਾ ਤੁਸੀਂ ਹੁਣ ਇੱਕ ਜਿਹੜਾ
ਤਿਆਰ ਹੋ ਗਿਆ ਵਿਜੀਲੈਂਸ ਦਾ, ਇਹ ਕਦੋਂ ਤੱਕ? ਵੈਸੇ ਤੇ ਸਾਡੇ ਮੁਲਕ 'ਚ ਇੱਕ ਕਿਹਾ ਜਾਂਦਾ ਕਿ ਜਾਂਚ ਦੇ ਨਾਂ ਦੇ ਉੱਤੇ ਹਰ ਚੀਜ਼ ਨੂੰ ਠੰਡੇ ਬਸਤੇ 'ਚ ਲੈ ਦਿੱਤਾ ਜਾਂਦਾ ਹੈ। ਤੁਹਾਨੂੰ ਲੱਗਦਾ ਕਿ ਜਾਂਚ ਇੱਕ ਸਮਾਂਬੱਧ ਹੋਣੀ ਚਾਹੀਦੀ ਹੈ? ਬਿਲਕੁਲ ਹੋਣੀ ਚਾਹੀਦੀ ਹੈ। ਜਾਂਚ ਜਿਹੜੀ ਉਹ ਸਮਾਂਬੱਧ ਹੋਣੀ ਚਾਹੀਦੀ ਹੈ, ਉਹ ਕਨਕਲੂਸਿਵ ਹੋਣੀ ਚਾਹੀਦੀ ਹੈ, ਤਾਂ ਕਿ ਜਿਹੜਾ ਹੈ ਉਹ ਐਪਰੀਪਰੀਏਟ ਐਕਸ਼ਨ ਸਰਕਾਰ ਲੈ ਸਕੇ। ਸ਼ੁਕਰੀਆ। ਉਮੀਦ ਕਰਦੇ ਹਾਂ ਤੇ ਹੁਣ ਵਿਜੀਲੈਂਸ ਦੀ ਜਿਹੜੀ ਕਮੇਟੀ ਬਣੇਗੀ ਉਹਦੇ ਵਿੱਚ ਜਿਹੜੇ ਕੁਐਸਚਨ ਹੋਣਗੇ, ਜਿਹੜੇ ਕਿ ਦੋਨੋਂ ਪੱਖ ਆਪਣਾ ਕੁਐਸਚਨ ਰੱਖਣਗੇ, ਤਾਂ ਦੋਨੋਂ ਇੱਕ ਦੂਸਰੇ ਉੱਤੇ ਆਰੋਪ ਲਗਾ ਰਹੇ ਨੇ। ਜਿੱਥੇ ਟੀਚਰ ਐਸੋਸੀਏਸ਼ਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਵੱਡੇ ਪੱਧਰ ਤੇ ਧਾਂਦਲੀਆਂ ਹੋਈਆਂ ਨੇ, ਦੂਸਰੇ ਪਾਸੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਜਦੋਂ ਗੱਲ ਕੀਤੀ ਸੀ ਉਹਨਾਂ ਕਿਹਾ ਜੀ ਕਿ ਮੈਂ ਬਿਲਕੁਲ ਸਾਫ਼ ਹਾਂ ਔਰ ਕਿਸੇ ਤਰ੍ਹਾਂ ਦੀ ਜਾਂਚ ਵਾਸਤੇ ਮੈਂ ਤਿਆਰ ਹਾਂ, ਲੇਕਿਨ ਹੁਣ ਸੱਚ ਕੀ ਸਾਹਮਣੇ ਆਏਗਾ ਇਹ ਸਰਕਾਰ ਦੇ ਪਾਲੇ 'ਚ ਹੈ। ਵਿਜੀਲੈਂਸ ਕਮੇਟੀ ਦੀ ਕੀ ਰਿਪੋਰਟ ਆਉਂਦੀ ਹੈ, ਕਦੋਂ ਜਾਂਚ ਸ਼ੁਰੂ ਹੁੰਦੀ ਹੈ, ਤਾਂ ਜਿਹਦੇ ਨਾਲ ਕਿ ਯੂਨੀਵਰਸਿਟੀ ਦਾ ਸੱਚ ਬਾਹਰ ਆ ਸਕੇਗਾ, ਪਰ ਉਸ ਵੇਲੇ ਪਤਾ ਚੱਲੇਗਾ ਕਿ ਕੌਣ ਸੱਚਾ ਤੇ ਕੌਣ ਝੂਠਾ। ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ ਟੀਵੀ, ਅੰਮ੍ਰਿਤਸਰ।